ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਬੱਬਰ ਅਕਾਲੀ ਲਹਿਰ ਜਾਂ ਉਹਨਾਂ ਦੀ ਜਿਹੜੀ ਉਸ ਸਮੇਂ ਦੇ ਕਹਿ ਸਕਦੇ ਹੋ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਭੂਮਿਕਾ ਹੈ, ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਹਾਂ। ਔਰ ਖਾਸ ਕਰਕੇ ਜਾਣਕਾਰੀਆਂ ਉਹ ਨੇ ਜਿਹੜੀਆਂ ਆ ਜਾ ਕੇ, ਜੇ ਮੈਂ ਥੋੜ੍ਹਾ ਪਿਛੋਕੜ ਵੱਲ ਵੀ ਚਲਾ ਜਾਵਾਂ ਤਾਂ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਤੋਂ ਬਾਅਦ ਜਿਹੜੀ ਖਾਲਸਾ ਰਾਜ ਦੀ ਆਜ਼ਾਦੀ ਦੀ ਜੰਗ ਭਾਈ ਮਹਾਰਾਜ ਸਿੰਘ ਨੇ ਸ਼ੁਰੂ ਕੀਤੀ। ਭਾਈ ਮਹਾਰਾਜ ਸਿੰਘ ਦੀ ਉਸ ਆਜ਼ਾਦੀ ਦੀ ਜੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਤੁਸੀਂ ਕਹਿ ਸਕਦੇ ਹੋ ਇੱਕ ਸੰਘਰਸ਼ ਸੀ, ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਵਿਦਿਅਕ ਸੰਸਥਾਵਾਂ ਨੇ, ਚਾਹੇ ਉਹ ਸਾਡੇ ਆਮ ਕਹਿ ਸਕਦੇ ਹਾਂ ਬੁਲਾਰਾ ਵਰਗ ਸੀ, ਜਾਂ ਫਿਰ ਸਾਡੀਆਂ ਕਿਤਾਬਾਂ ਸੀ, ਉਹਦੇ ਵਿੱਚੋਂ ਕਿਸ ਤਰ੍ਹਾਂ ਇੱਕ ਵੱਡਾ ਹਿੱਸਾ ਇਤਿਹਾਸ ਦਾ ਜਿਹੜਾ ਸੀ ਉਹਦਾ ਗਬਨ ਕਰ ਦਿੱਤਾ ਗਿਆ ਕਿ ਉਹ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਸੀ ਉਹਦੇ ਤੱਕ ਪਹੁੰਚ ਨਹੀਂ ਸਕਿਆ। ਸੋ ਜਿਉਂ-ਜਿਉਂ ਹੁਣ ਪੁਰਾਤਨ ਸਰੋਤਾਂ ਵੱਲ ਝਾਤੀ ਮਾਰੀ ਦੀ ਹੈ ਤਾਂ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਐਸੀਆਂ ਖਾਸ ਸੂਚਨਾਵਾਂ ਤੇ ਲੜੀਆਂ ਜਿਹੜੀਆਂ ਮਿਲ ਸਕਣ ਤੇ ਜਿਨ੍ਹਾਂ ਨੂੰ ਅਸੀਂ ਆਪਣੇ ਨੌਜਵਾਨ ਵੀਰਾਂ ਦੇ ਨਾਲ, ਭੈਣਾਂ ਦੇ ਨਾਲ ਸਾਂਝਾ ਕਰ ਸਕੀਏ। ਸੋ ਪਿਛਲੇ ਵਿਖਿਆਨ ਦੇ ਵਿੱਚ ਜਾਂ ਪਿਛਲੇ ਜਿਹੜੇ 1-2 ਲੈਕਚਰ ਸੀ ਉਹਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਸਾਂਝਾ ਕਰਨ ਦਾ ਯਤਨ ਕੀਤਾ ਸੀ ਕਿ ਸ਼ਹੀਦ ਊਧਮ ਸਿੰਘ ਬੱਬਰ ਅਕਾਲੀ ਜਿਹੜੀ ਲਹਿਰ ਸੀਗੀ, ਜਿਹੜੀ ਸਰਦਾਰ ਕਿਸ਼ਨ ਸਿੰਘ ਗੜਗੱਜ ਹੋਣਾ ਨੇ ਸ਼ੁਰੂ ਕੀਤੀ ਸੀ, ਤੇ ਤੀਸਰੀ ਗਦਰ ਜਿਹੜੀ ਲਹਿਰ ਆ, ਇਹਦੇ ਆਪਸ ਦੇ ਵਿੱਚ ਕਿੰਨੇ ਗਹਿਰੇ ਸੰਬੰਧ ਨੇ। ਕਿਉਂਕਿ ਅਕਸਰ ਤੁਸੀਂ ਵੇਖੋਗੇ ਕਿ ਇਹ ਖਾਸ ਕਰਕੇ ਜਿਸ ਵੇਲੇ ਊਧਮ ਸਿੰਘ ਦੇ ਵੱਲੋਂ ਜਲਿਆਂਵਾਲੇ ਬਾਗ ਦੇ ਦੋਸ਼ੀ ਨੂੰ ਫਲ ਭੁਗਤਾਇਆ ਜਾਂਦਾ ਹੈ ਤਾਂ ਉਸ ਵੇਲੇ ਭਾਰਤੀ ਹਕੂਮਤ ਦੇ ਜਿਹੜੇ ਚੁਣਿੰਦਾ ਕਹਿ ਸਕਦੇ ਹੋ ਕਿ ਮੁੱਖ ਜਿਹੜੇ ਆਗੂ ਨੇ ਉਹ ਤਾਂ ਉਸ ਘਟਨਾ ਦੀ ਨਿੰਦਿਆ ਕਰਦੇ ਨੇ, ਕਿਉਂਕਿ ਆ ਜਾ ਕੇ ਉਹਨਾਂ ਨੇ ਉਸ ਵੇਲੇ ਬਰਤਾਨੀਆ ਦੇ ਹੱਕ ਦੇ ਵਿੱਚ ਭੁਗਤਣਾ ਸੀ। ਉਸੇ ਤਰ੍ਹਾਂ ਜਿਹੜੀ ਗਦਰ ਲਹਿਰ ਹੈ ਉਹਨੂੰ ਤਕਰੀਬਨ ਜਿਹੜੀ ਨਰੋਲ ਸਿੱਖ ਮਾਨਸਿਕਤਾ ਸੀ ਉਹਦੇ ਨਾਲੋਂ ਤੋੜ ਕੇ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਕਿ ਇਹ ਸ਼ਾਇਦ ਇੱਕ ਨਾਸਤਕਵਾਦੀ ਲਹਿਰ ਸੀ। ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਜਿਹੜੀ ਸੀ, ਇਹਨੂੰ ਇੱਕ ਵੇਲੇ ਤਾਂ ਜਦੋਂ ਕਹਿ ਸਕਦੇ ਹੋ ਕਿ ਅਕਾਲੀ ਦਲ ਨੇ ਹੀ ਕਹਿ ਦਿੱਤਾ ਕਿ ਜਿਹੜੀ ਬੱਬਰ ਲਹਿਰ ਆ ਇਹਦੇ ਨਾਲ ਅਕਾਲੀ ਦਲ ਦਾ ਕੋਈ ਸੰਬੰਧ ਨਹੀਂ ਹੈਗਾ, ਤੇ ਦੂਜੇ ਪਾਸੇ ਤੁਸੀਂ ਵੇਖੋ ਕਿ ਇਹ ਕਿਤੇ ਵੀ ਸਿੱਖ ਸਟੇਜਾਂ ਦੇ ਉੱਪਰ, ਸਿੱਖ ਵਿਚਾਰਾਂ ਦੇ ਵਿੱਚ, ਜਾਂ ਕਿਤੇ ਅਕੈਡਮਿਕ ਲੈਵਲ ਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਇਹ ਕਿਤੇ ਵੀ ਕਹਿ ਸਕਦੇ ਹੋ ਕਿ ਕਿਸੇ ਸਾਹਿਤ ਦਾ ਜਾਂ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀ। ਉਹਦੇ ਪਿੱਛੇ ਕੁਝ ਕਾਰਨ ਨੇ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਲਹਿਰਾਂ ਨੇ ਇਹ ਨਰੋਲ ਸਿੱਖ ਲਹਿਰਾਂ ਸੀ, ਤੇ ਬਹੁਤ ਸਾਰੇ ਐਸੇ ਕ੍ਰਾਂਤੀਕਾਰੀ ਤਾਂ ਇਤਿਹਾਸ ਦੇ ਵਿੱਚ ਸਥਾਪਿਤ ਕੀਤੇ ਗਏ ਜਿਨ੍ਹਾਂ ਨੇ ਅਨੇਕਾਂ ਵਾਰ ਅੰਗਰੇਜ਼ਾਂ ਦੇ ਕੋਲੋਂ ਮਾਫੀਆਂ ਮੰਗੀਆਂ ਹੋਣ, ਤੇ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਵੀ ਹੱਸ ਕੇ ਆਪਣੇ ਗਲਾਂ ਦੇ ਵਿੱਚ ਪਵਾਏ। ਉਹਨਾਂ ਦੇ ਬਾਰੇ ਜਿਹੜੇ ਸਾਡੇ ਕਹਿ ਸਕਦੇ ਹੋ ਕਿ ਸਟੇਟ ਦੇ ਇਤਿਹਾਸਕਾਰ, ਉਹਨਾਂ ਨੇ ਤਾਂ ਚੁੱਪ ਰਹਿਣਾ ਸੀ। ਮੇਰੇ ਖਿਆਲ ਦੇ ਨਾਲ ਸਿੱਖ ਇਤਿਹਾਸਕਾਰੀ ਦੇ ਵਿੱਚ ਵੀ ਇਹਨਾਂ ਵਿਸ਼ਿਆਂ ਦੇ ਉੱਪਰ ਕੋਈ ਵੱਡਾ ਕੰਮ ਨਹੀਂ ਹੋ ਸਕਿਆ। ਸੋ ਅੱਜ ਇੱਕ ਬੜੀ ਅਹਿਮ ਜਾਣਕਾਰੀ ਹੈ ਕਿ ਗਦਰ ਲਹਿਰ ਜਿਹੜੀ ਵਿਦੇਸ਼ਾਂ ਦੇ ਵਿੱਚ ਪੈਦਾ ਹੁੰਦੀ ਹੈ, ਗਦਰੀ ਬਾਬੇ, ਉਹਨਾਂ ਦਾ ਅਕਾਲੀ ਬੱਬਰ ਅਕਾਲੀ ਜਿਹੜੀ ਮੂਵਮੈਂਟ ਹੈ, ਜਿਹੜੀ ਬੱਬਰ ਅਕਾਲੀ ਲਹਿਰ ਹੈ, ਉਹਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਨੇ ਔਰ ਕਿਸ ਤਰ੍ਹਾਂ ਦੇ ਨਾਲ ਉਹ ਇੱਕ ਦੂਜੇ ਦੇ ਪੂਰਕ ਨੇ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਪਿਛਲੇ ਵਿਖਿਆਨ ਦੇ ਵਿੱਚ ਸਰਦਾਰ ਧੰਨਾ ਸਿੰਘ ਬਹਿਬਲਪੁਰ ਦੀ ਸ਼ਹਾਦਤ ਦੀ ਗੱਲ ਕੀਤੀ ਸੀ, ਤੇ ਸਰਦਾਰ ਧੰਨਾ ਸਿੰਘ ਬਹਿਬਲਪੁਰ ਦੀ ਜਿਹੜੀ ਮੁਖਬਰੀ ਕੀਤੀ ਸੀ ਉਹ ਕੀਤੀ ਸੀ ਉਸ ਵੇਲੇ ਜਵਾਲਾ ਸਿੰਘ ਪਿੰਡ ਜਾਣ, ਜਿਹੜਾ ਸੁੰਦਰ ਸਿੰਘ ਦਾ ਬੇਟਾ ਸੀ। ਤੇ ਜਵਾਲਾ ਸਿੰਘ ਦਾ ਇੱਕ ਭਰਾ ਬੇਲਾ ਸਿੰਘ ਸੀ ਜਿਸ ਨੇ ਕੈਨੇਡਾ ਦੇ ਵਿੱਚ ਗਦਰ ਲਹਿਰ ਦੇ ਨਾਲ ਸੰਬੰਧਿਤ 2 ਸਿੱਖ ਭਾਈ ਭਾਗ ਸਿੰਘ ਤੇ ਭਾਈ ਵਤਨ ਸਿੰਘ ਹੁਣਾਂ ਨੂੰ ਕਤਲ ਕੀਤਾ ਸੀ। ਸੋ ਇਹ ਸਾਰੀਆਂ ਕੜੜੀਆਂ ਜਿਹੜੀਆਂ ਨੇ ਇਹ ਕਿਵੇਂ ਜੁੜਦੀਆਂ ਨੇ, ਤੇ ਜਿਹੜੇ ਗਦਰ ਲਹਿਰ ਦੇ ਨਾਲ ਸੰਬੰਧਿਤ ਸ਼ਹੀਦ ਨੇ ਉਹਨਾਂ ਦਾ ਬਦਲਾ ਜਿਹੜਾ ਹੈ ਉਹ ਬੱਬਰ ਅਕਾਲੀ ਲਹਿਰ ਵਾਲੇ ਸੂਰਮੇ ਕਿਵੇਂ ਲੈਂਦੇ ਨੇ। ਸੋ ਇਸ ਨੂੰ ਆਪਸ ਦੇ ਵਿੱਚ ਮਿਲਾ ਕੇ ਸਮਝਣ ਦੀ ਬਹੁਤ ਲੋੜ ਹੈ। ਇੱਕ ਬੇਨਤੀ ਹੋਰ ਕਰ ਦੇਵਾਂ ਕਿ ਸਰਦਾਰ ਕਰਮ ਸਿੰਘ, ਜਿਨ੍ਹਾਂ ਨੂੰ ਕਿ ਕਰਮ ਸਿੰਘ ਐਡੀਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਸਰਦਾਰ ਕਰਮ ਸਿੰਘ ਜਿਹੜੇ ਨੇ ਉਹ ਵੀ ਕੈਨੇਡਾ ਤੋਂ ਪਹਿਲਾਂ ਗਦਰ ਲਹਿਰ ਦੇ ਨਾਲ ਜੁੜੇ ਹੋਏ ਸੀ ਤੇ ਵਾਪਸ ਆ ਕੇ ਦੁਬਾਰਾ ਉਹ ਬੱਬਰ ਅਕਾਲੀ ਲਹਿਰ ਦੇ ਨਾਲ ਜੁੜ ਗਏ। ਸੋ ਇਹ ਬੇਲਾ ਸਿੰਘ ਨੂੰ ਕਿਸ ਤਰ੍ਹਾਂ ਫਿਰ ਬੱਬਰ ਅਕਾਲੀ ਲਹਿਰ ਦੇ ਸੂਰਮਿਆਂ ਨੇ ਸੋਧਾ ਲਾਇਆ, ਇਹਦੇ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਣ ਦੀ ਲੋੜ ਹੈ, ਕਿਉਂਕਿ ਬਹੁਤ ਕੜੀਆਂ ਜਿਹੜੀਆਂ ਨੇ ਉਹ ਤੁਹਾਨੂੰ ਇਹਨਾਂ ਲਹਿਰਾਂ ਦੀਆਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਲੱਗਣਗੀਆਂ। ਸਾਰੀਆਂ ਲਹਿਰਾਂ ਜਿਹੜੀਆਂ ਖਾਸ ਕਰਕੇ ਸਿੱਖਾਂ ਦੀਆਂ ਪੁਨਰ ਸਥਾਪਤੀ ਦੀਆਂ, ਆਜ਼ਾਦੀ ਦੀਆਂ ਲਹਿਰਾਂ ਨੇ, ਉਹ ਤੁਹਾਨੂੰ ਆਪਸ ਦੇ ਵਿੱਚ ਬਹੁਤ ਹੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਮਿਲੀਆਂ ਹੋਈਆਂ ਇੱਕ ਸਾਂਝ ਜਿਹੜੀ ਹੈ ਉਹ ਨਜ਼ਰ ਆਵੇਗੀ। ਉਹ ਸਾਂਝ ਇਸ ਤਰ੍ਹਾਂ ਹੈ, ਅਸੀਂ ਪਹਿਲਾਂ ਕੈਨੇਡਾ ਦੇ ਘਟਨਾਕ੍ਰਮ ਤੋਂ ਸ਼ੁਰੂ ਕਰਦੇ ਹਾਂ। ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀ
ਬਾਬਾ ਗੁਰਦਿੱਤ ਸਿੰਘ ਹੁਣਾਂ ਨੇ ਜਿਸ ਤਰ੍ਹਾਂ ਕੈਨੇਡਾ ਲੈ ਕੇ ਗਏ, ਉਹ ਸਾਰਾ ਇੱਕ ਪਿਛੋਕੜ, ਇੱਕ ਲੰਬਾ ਘਟਨਾਕ੍ਰਮ ਹੈ। ਪਰ ਫਿਲਹਾਲ ਉਸ ਸਮੇਂ ਅਸੀਂ ਜਿਹੜੀ ਜ਼ਿਆਦਾ ਅਹਿਮ ਗੱਲ ਸਾਡੇ ਸਾਹਮਣੇ ਆਉਂਦੀ ਹੈ, ਉਹ ਬੇਲਾ ਸਿੰਘ ਦੇ ਵੱਲੋਂ ਗੁਰਦੁਆਰੇ ਦੇ ਵਿੱਚ 2 ਸਿੱਖਾਂ ਦਾ ਕਤਲ, ਤੇ ਉਸ ਤੋਂ ਬਾਅਦ ਉਹਨਾਂ ਕਤਲਾਂ ਦੀਆਂ ਗਵਾਹੀਆਂ ਦੇ ਵਿੱਚ ਇੱਕ ਅੰਗਰੇਜ਼ ਖੁਫੀਆ ਵਿਭਾਗ ਦਾ ਅਫੀਸਰ ਜਿਸ ਦਾ ਨਾਮ ਵਿਲੀਅਮ ਚਾਰਲਸ ਹੌਪਕਿੰਸਨ ਸੀ, ਉਹਦਾ ਗਵਾਹੀ ਦੇਣ ਜਾਣਾ ਤੇ ਸਰਦਾਰ ਮੇਵਾ ਸਿੰਘ ਲੋਪੋਕੇ ਦੇ ਵੱਲੋਂ ਉਹਨੂੰ ਅਦਾਲਤ ਦੇ ਵਿੱਚ ਹੀ ਸੋਧਾ ਲਾ ਦੇਣਾ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ। ਜਿਹੜਾ ਵਿਲੀਅਮ ਚਾਰਲਸ ਹੌਪਕਿੰਸਨ ਹੈ, ਇਹਦਾ ਜਨਮ ਜਿਹੜਾ ਹੈ ਉਹ ਜੂਨ 1880 ਦੇ ਵਿੱਚ ਹੋਇਆ ਹਿੰਦੁਸਤਾਨ ਦੇ ਵਿੱਚ। ਹੁਣ ਜਦੋਂ ਅਸੀਂ ਇੰਡੀਆ ਆਫਿਸ ਲਾਇਬ੍ਰੇਰੀ ਦੇ ਦਸਤਾਵੇਜ਼ ਜਿਹੜੇ ਵੱਖ-ਵੱਖ ਕਿਤਾਬਾਂ ਦੇ ਵਿੱਚ ਪ੍ਰਕਾਸ਼ਿਤ ਹੋਏ ਨੇ, ਉਹਨਾਂ ਦੇ ਮੁਤਾਬਕ ਇਹਦਾ ਜਿਹੜਾ ਜਨਮ ਹੈ ਉਸ ਦੀ ਤਰੀਕ 16 ਜੂਨ 1880 ਬਣਦੀ ਹੈ। ਪਰ ਕੁਝ ਸਰੋਤਾਂ ਦੇ ਮੁਤਾਬਕ, ਜਿਸ ਤਰ੍ਹਾਂ ਸਰਦਾਰ ਕੇਸਰ ਸਿੰਘ ਲਿਖਦੇ ਨੇ ਕਿ ਇਹਦਾ ਪਿਤਾ ਜਿਹੜਾ ਉਹ ਅੰਗਰੇਜ਼ੀ ਫੌਜ ਦੇ ਵਿੱਚ ਸੀ, ਅੰਗਰੇਜ਼ ਸੀ, ਤੇ ਉਹ ਅਫਗਾਨਿਸਤਾਨ ਦੀ ਕਿਸੇ ਜੰਗ ਦੇ ਵਿੱਚ ਮਾਰਿਆ ਗਿਆ, ਔਰ ਇਸ ਦਾ ਜਨਮ ਜਿਹੜਾ ਇੱਕ ਬ੍ਰਾਹਮਣ ਮਾਂ ਦੀ ਕੁੱਖ ਦੇ ਵਿੱਚੋਂ ਹੋਇਆ। ਪਰ ਦੂਜੇ ਪਾਸੇ ਆਪਣੇ ਇੱਕ ਮੁਕੱਦਮੇ ਦੇ ਵਿੱਚ ਜੱਜ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਵਿੱਚ ਇਸ ਗੱਲ ਨੂੰ ਹੌਪਕਿੰਸਨ ਬਿਲਕੁਲ ਜਿਹੜਾ ਹੈ ਉਹ ਨਜ਼ਰ ਅੰਦਾਜ਼ ਕਰ ਦਿੰਦਾ ਹੈ, ਜਾਂ ਕਹਿ ਸਕਦੇ ਹੋ ਕਿ ਬਿਲਕੁਲ ਸਾਹਮਣੇ ਨਹੀਂ ਲੈ ਕੇ ਆਉਂਦਾ, ਉਸ ਤੇ ਪਰਦਾ ਪਾ ਦਿੰਦਾ ਹੈ। ਇਹ ਕਹਿੰਦਾ ਹੈ ਕਿ ਮੇਰਾ ਜਨਮ ਜਿਹੜਾ ਉਹ ਯਾਰਕਸ਼ਾਇਰ ਇੰਗਲੈਂਡ ਦੇ ਵਿੱਚ ਹੋਇਆ, ਤੇ ਮੇਰੀ ਮਾਂ ਜਿਹੜੀ ਉੱਥੋਂ ਦੀ ਰਹਿਣ ਵਾਲੀ ਸੀ। ਖੈਰ, ਜਿਹੜੇ ਇਤਿਹਾਸਕ ਸਰੋਤ ਨੇ ਉਹਨਾਂ ਦੇ ਮੁਤਾਬਕ ਇਸ ਦਾ ਪਿਤਾ ਅੰਗਰੇਜ਼ ਸੀ, ਇਸ ਦੀ ਜਿਹੜੀ ਮਾਤਾ ਹੈ ਉਹ ਹਿੰਦੁਸਤਾਨੀ ਸੀ, ਔਰ ਇਸ ਦਾ ਜਨਮ ਹਿੰਦੁਸਤਾਨ ਦੇ ਵਿੱਚ ਹੋਇਆ। ਪਿਤਾ ਅੰਗਰੇਜ਼ ਹੋਣ ਕਰਕੇ ਅੰਗਰੇਜ਼ੀ ਭਾਸ਼ਾ ਦਾ ਚੰਗਾ ਜਾਣਕਾਰ ਸੀ, ਔਰ ਉਸ ਤੋਂ ਬਾਅਦ ਇਹ ਉਰਦੂ ਔਰ ਹਿੰਦੀ ਦਾ ਵੀ ਕਹਿ ਸਕਦੇ ਹੋ ਕਿ ਚੰਗਾ ਸਮਝਣ ਵਾਲਾ ਤੇ ਬੋਲਣ ਵਾਲਾ ਵਿਅਕਤੀ ਸੀ। ਤੇ ਪੰਜਾਬ ਪੁਲਿਸ ਦੇ ਵਿੱਚ ਇਸ ਨੇ ਕੁਛ ਚਿਰ ਨੌਕਰੀ ਕੀਤੀ ਹੈ, ਜਿਸ ਕਰਕੇ ਇਹਨੂੰ ਪੰਜਾਬੀ ਵੀ ਆਉਂਦੀ ਸੀ। ਤੇ ਜਦੋਂ ਗਦਰ ਲਹਿਰ ਸ਼ੁਰੂ ਹੋਣ ਦੇ ਅਸਾਰ ਬਣ ਰਹੇ ਸੀ, ਉਸ ਸਮੇਂ ਇਹ ਪੰਜਾਬ ਪੁਲਿਸ ਤੋਂ ਇਸ ਨੂੰ ਤਬਦੀਲ ਕਰ ਲਿਆ ਗਿਆ ਖੁਫੀਆ ਵਿਭਾਗ ਦੇ ਵਿੱਚ, ਇਹ ਕਲਕੱਤੇ, ਤੇ ਕਲਕੱਤੇ ਤੋਂ 1907 ਦੇ ਵਿੱਚ ਇਸ ਨੂੰ ਕੈਨੇਡਾ ਭੇਜ ਦਿੱਤਾ ਗਿਆ, ਜਿੱਥੇ ਜਾ ਕੇ ਇਸ ਨੇ ਬ੍ਰਿਟਿਸ਼ ਜਿਹੜੀ ਉਸ ਵੇਲੇ ਦੀ ਖੁਫੀਆ ਤੰਤਰ ਸੀ ਉਹਦੇ ਕਹਿਣ ਦੇ ਉੱਪਰ ਜਿਹੜੇ ਇਨਕਲਾਬੀ ਸੀ ਉਹਨਾਂ ਦੀ ਨਜ਼ਰ ਰੱਖਣੀ, ਉਹਨਾਂ ਦੀਆਂ ਰਿਪੋਰਟਾਂ ਤਿਆਰ ਕਰਨੀਆਂ ਔਰ ਉਹਨਾਂ ਦੀ ਮੁਖਬਰੀ ਕਰਨੀ, ਇਹ ਸਾਰਾ ਕਾਰਜ ਆਰੰਭ ਕਰ ਦਿੱਤਾ। ਹੁਣ ਇਹ ਇੱਕ ਵਿਅਕਤੀ ਸੀ ਜਿਹੜਾ 3 ਜਗ੍ਹਾ ਤੋਂ ਤਨਖਾਹ ਲੈ ਰਿਹਾ ਸੀ। ਇੱਕ ਪਾਸੇ ਤਾਂ ਇਸ ਨੂੰ ਬਰਤਾਨਵੀ ਸਰਕਾਰ ਆਪਣਾ ਖੁਫੀਆ ਵਿਭਾਗ ਦਾ ਅਫੀਸਰ ਡਿਊਟੀ ਦੇ ਉੱਪਰ ਭੇਜਿਆ ਹੋਣ ਕਰਕੇ ਤਨਖਾਹ ਦੇ ਰਹੀ ਸੀ। ਦੂਸਰੀ ਗੱਲ, ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਜਿਹੜਾ ਉਹ ਇਹਦੇ ਕੋਲੋਂ 2 ਭਾਸ਼ੀਏ ਦਾ ਕੰਮ ਵੀ ਲੈਂਦਾ ਸੀ, ਤੇ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਵੀ ਕੋਈ ਅੰਦੋਲਨ ਸੰਗਰਮ ਨਾ ਹੋਵੇ ਅੰਗਰੇਜ਼ਾਂ ਦੇ ਖਿਲਾਫ, ਉਹਦੇ ਵਾਸਤੇ ਇਸ ਨੂੰ ਵੱਖਰੀ ਤਨਖਾਹ ਮਿਲਦੀ ਸੀ। ਤੇ ਅਮਰੀਕਾ ਦੀ ਅੰਬੈਸੀ, ਅਮਰੀਕਾ ਵਿਚਲੇ ਜਿਹੜੇ ਗਦਰੀ ਯੋਧੇ ਨੇ ਉਹਨਾਂ ਦੇ ਕੈਨੇਡਾ ਵਾਲਿਆਂ ਨਾਲ ਕੀ ਸੰਬੰਧ ਨੇ, ਉਹਨਾਂ ਦੀ ਜਾਣਕਾਰੀ ਦੇਣ ਦੇ ਵਾਸਤੇ ਇਹਨੂੰ ਵੱਖ ਤਨਖਾਹ ਦਿੰਦੀ ਸੀ। ਭਾਵ ਕਿ ਇੱਕ ਵਿਅਕਤੀ 3 ਥਾਵਾਂ ਤੋਂ ਜਿਹੜਾ ਤਨਖਾਹ ਲੈ ਰਿਹਾ ਸੀ, ਤੇ ਮੂਲ ਰੂਪ ਦੇ ਵਿੱਚ ਇਹ ਖੁਫੀਆ ਵਿਭਾਗ ਦੀ ਜਿਹੜੀ ਨੌਕਰੀ ਉਹ ਕਰ ਰਿਹਾ ਸੀ। ਉੱਥੇ ਜਿਹੜੀ ਸਿੱਖ ਲਹਿਰ ਗਦਰੀ ਬਾਬਿਆਂ ਦੇ ਰੂਪ 'ਚ ਪੈਦਾ ਹੋ ਰਹੀ ਹੈ, ਉਹਨੂੰ ਖਾਸ ਕਰਕੇ ਕਹਿ ਸਕਦੇ ਹੋ ਕਿ ਉਹਦੀਆਂ ਸੂਚਨਾਵਾਂ ਤਿਆਰ ਕਰਨ ਦੇ ਵਾਸਤੇ, ਜਾਣਕਾਰੀ ਲੈਣ ਵਾਸਤੇ, ਜਾਂ ਜਿਹੜੀ ਖੁਫੀਆ ਜਾਣਕਾਰੀ ਉਹਨੂੰ ਹਾਸਲ ਕਰਨ ਦੇ ਵਾਸਤੇ ਇਸ ਨੇ 1913 ਦੇ ਵਿੱਚ ਜਵਾਲਾ ਸਿੰਘ ਦੇ ਭਰਾ ਬੇਲਾ ਸਿੰਘ, ਪਿੰਡ ਜਿਆਣ, ਸੁੰਦਰ ਸਿੰਘ ਦਾ ਲੜਕਾ, ਉਸ ਨੂੰ ਉੱਥੇ ਬੁਲਾ ਲਿਆ। ਇਹ ਦੱਸਣਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਬੇਲਾ ਸਿੰਘ ਜਿਹੜਾ ਇਹ ਵੀ ਅੰਗਰੇਜ਼ ਫੌਜ ਦੇ ਵਿੱਚ ਸ਼ਾਇਦ 30 ਸਿੱਖ ਬਟਾਲੀਅਨ ਦੇ ਵਿੱਚ ਨੌਕਰੀ ਕਰ ਚੁੱਕਾ ਸੀ, ਤੇ ਇਹਦੀ ਅੰਗਰੇਜ਼ੀ ਬੋਲਣ ਦੇ ਵਿੱਚ ਇਹਨੂੰ ਥੋੜ੍ਹੀ ਜਿਹੀ ਮੁਹਾਰਤ ਸੀ। ਸੋ ਇਹ ਆਪਣੇ 1-2 ਹੋਰ ਸਾਥੀਆਂ ਦੇ ਨਾਲ ਉੱਥੇ ਪਹੁੰਚ ਗਿਆ, ਤੇ ਉੱਥੇ ਜਾ ਕੇ ਇਸ ਨੇ ਉਸ ਖੁਫੀਆ ਵਿਭਾਗ ਦੇ ਆਫੀਸਰ ਜਿਹੜਾ ਕਿ ਉਸ ਵੇਲੇ ਕੰਮ ਕਰਦਾ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਨਾਲ, ਤੇ ਬ੍ਰਿਟਿਸ਼ ਜਿਹੜੀ ਫੌਜ ਹੈਗੀ ਹੈ, ਬ੍ਰਿਟਿਸ਼ ਦੀ ਜਿਹੜੀ ਸਰਕਾਰ ਹੈ, ਉਸ ਦਾ ਉਹ ਇੱਕ ਖੁਫੀਆ ਵਿਭਾਗ ਦਾ ਅਧਿਕਾਰੀ ਸੀ, ਉਹਦੇ ਨਾਲ ਮਿਲ ਕੇ ਇਸ ਨੇ ਗਦਰੀ ਬਾਬਿਆਂ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦਿੱਤਾ। 2-3 ਤਰੀਕੇ ਸੀ ਇਸ ਦੇ ਕਰਨ ਦੇ। ਤੁਸੀਂ ਕਾਮਾਗਾਟਾ ਮਾਰੂ ਦੇ ਵਿੱਚ ਵੀ ਇਸ ਦਾ ਜਿਹੜਾ ਜ਼ਿਕਰ ਹੈ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ ਲਿਖਤਾਂ ਦੇ ਵਿੱਚ ਮਿਲੇਗਾ ਕਿ ਬੇਲਾ ਸਿੰਘ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਜਾਂ ਵਾਰਤਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਸਰੋਤ ਦੇ ਵਿੱਚ ਤੁਹਾਨੂੰ ਇਹ ਵੀ ਮਿਲੇਗਾ ਕਿ ਬਾਬਾ ਗੁਰਦਿੱਤ ਸਿੰਘ ਨੇ ਸਪਸ਼ਟ ਤੌਰ ਤੇ ਜਿਹੜੇ ਉਸ ਵੇਲੇ ਦੇ ਉਹਨਾਂ ਦੇ ਸਾਥੀ ਸੀ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਬੇਲਾ ਸਿੰਘ ਸਾਡੇ ਦਰਮਿਆਨ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਸਰਕਾਰ ਦੇ ਨਾਲ ਮਿਲੀਆਂ ਹੋਈਆਂ ਤੰਦਾਂ ਤੇ ਇਹਦੀ ਗਦਾਰੀ ਦੀ ਭੂਮਿਕਾ ਜਿਹੜੀ ਹੈ ਉਹ ਆਮ ਜਿਹੜੀ ਸਿੱਖ ਜਨ ਮਾਨਸਿਕਤਾ ਹੈ ਉਹਦੇ ਵਿੱਚ ਨਸ਼ਰ ਹੁੰਦੀ ਜਾ ਰਹੀ ਸੀ। ਸੋ ਬੇਲਾ ਸਿੰਘ ਜਿਹੜਾ ਸੀ ਇਹਦਾ ਇਹ ਸਭ ਕੁਝ ਨਸ਼ਰ ਹੋ ਗਿਆ ਕਿ ਇਹ
ਉਸ ਵੇਲੇ ਅੰਗਰੇਜ਼ਾਂ ਦੇ ਖੁਫੀਆ ਵਿਭਾਗ ਦੇ ਇੱਕ ਅਫੀਸਰ ਦੇ ਨਾਲ ਮਿਲ ਕੇ ਜਿਹੜੇ ਕ੍ਰਾਂਤੀਕਾਰੀ ਨੇ, ਜਿਹੜੇ ਗਦਰ ਲਹਿਰ ਦੇ ਯੋਧੇ ਨੇ, ਉਹਨਾਂ ਦੇ ਖਿਲਾਫ ਜਿਹੜੀ ਖੁਫੀਆ ਜਾਣਕਾਰੀ ਇਕੱਠੀ ਕਰਦਾ ਹੈ। ਇਹ ਗੱਲ ਸਿੱਖ ਸੰਸਥਾਵਾਂ ਦੇ ਵਿੱਚ ਫੈਲ ਗਈ ਔਰ ਇਹਦਾ ਮੁੱਖ ਕੰਮ ਹੁੰਦਾ ਸੀ ਕਿ ਜਿਹੜੀ ਗਦਰੀ ਬਾਬਿਆਂ ਦੀ ਜਿਹੜੀ ਅਖਬਾਰ ਪੰਜਾਬੀ 'ਚ ਕੱਢੀ ਜਾਂਦੀ ਸੀ, ਇਹ ਉਹਦਾ ਅੰਗਰੇਜ਼ੀ ਅਨੁਵਾਦ ਕਰਕੇ ਉਸ ਵੇਲੇ ਖੁਫੀਆ ਵਿਭਾਗ ਨੂੰ ਦਿੰਦਾ ਸੀ ਤੇ ਉਸ ਦੇ ਨਾਲ ਹੀ ਹਿੰਦੁਸਤਾਨ ਦੇ ਨਾਲ ਜਿਹੜੇ ਉਹਨਾਂ ਦੇ ਤੰਤਰ ਜੁੜੇ ਹੋਏ ਸੀ, ਉਹਨਾਂ ਦੀ ਸਾਰੀ ਜਾਣਕਾਰੀ ਇਹ ਖੁਫੀਆ ਵਿਭਾਗ ਨੂੰ ਦਿੰਦਾ ਸੀ। ਸੋ ਇਸ ਨੇ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ 2 ਸਿੱਖਾਂ ਦਾ ਕਤਲ ਕਰ ਦਿੱਤਾ, ਭਾਈ ਭਾਗ ਸਿੰਘ ਔਰ ਭਾਈ ਬਤਨ ਸਿੰਘ। ਉਹਨਾਂ ਦਾ ਕਤਲ ਦਾ ਮੁਕੱਦਮਾ ਜਦੋਂ ਇਸ ਉੱਪਰ ਚੱਲਿਆ ਤਾਂ ਜਿੰਨੀ ਵੀ ਉਸ ਵੇਲੇ ਬ੍ਰਿਟਿਸ਼ ਸਰਕਾਰ ਦਾ ਖੁਫੀਆ ਵਿਭਾਗ ਸੀ, ਉਹ ਸਾਰਾ ਇਹਦੇ ਹੱਕ ਦੇ ਵਿੱਚ ਭੁਗਤਿਆ। ਔਰ ਇਸ ਗੱਲ ਦਾ ਪਤਾ ਸਿੱਖ ਸੰਗਤਾਂ ਨੂੰ ਲੱਗ ਚੁੱਕਾ ਸੀ ਕਿ ਬੇਸ਼ੱਕ ਮੌਕੇ ਦੇ ਗਵਾਹ ਜਿਹੜੇ ਨੇ, ਉਹਨਾਂ ਨੇ ਇਹ ਗਵਾਹੀ ਦਿੱਤੀ ਹੈ ਕਿ ਗੁਰਦੁਆਰੇ ਦੇ ਵਿੱਚ ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਭੜਕਾਹਟ ਦੇ ਬੇਲਾ ਸਿੰਘ ਨੇ ਗੋਲੀਆਂ ਚਲਾ ਕੇ 2 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਤੇ ਕਈ ਹੋਰ ਜ਼ਖਮੀ ਕਰ ਦਿੱਤੇ ਨੇ। ਪਰ ਜਿਹੜਾ ਬੇਲਾ ਸਿੰਘ ਦੀ ਧਿਰ ਦਾ ਵਕੀਲ ਸੀ, ਜਿਹੜਾ ਸਰਕਾਰ ਦੇ ਵੱਲੋਂ ਮਿਲਿਆ ਹੋਇਆ ਸੀ, ਜਿਸ ਦਾ ਖਰਚਾ ਸਾਰਾ ਕਹਿ ਸਕਦੇ ਹੋ ਕਿ ਬਰਤਾਨਵੀ ਸਰਕਾਰ ਕਰ ਰਹੀ ਸੀ, ਜਿਸ ਦੇ ਪਿੱਛੇ ਹੌਪਕਿੰਸਨ ਸੀ, ਉਹਨਾਂ ਨੇ ਉਸ ਵੇਲੇ ਅਦਾਲਤ ਦੇ ਵਿੱਚ ਇਹ ਸਿੱਧ ਕਰ ਦਿੱਤਾ ਕਿ ਇਹ ਸਾਰਾ ਘਟਨਾਕ੍ਰਮ ਇਸ ਕਰਕੇ ਹੋਇਆ ਹੈ ਕਿ ਗੁਰਦੁਆਰੇ ਦੇ ਅੰਦਰ ਸਿੱਖਾਂ ਨੇ ਬੇਲਾ ਸਿੰਘ ਦੇ ਉੱਪਰ ਹਮਲਾ ਕੀਤਾ ਤੇ ਇਹਨੂੰ ਆਪਣੀ ਬਚਾਅ ਦੇ ਵਿੱਚ, ਆਪਣੀ ਰੱਖਿਆ ਕਰਨ ਦੇ ਵਾਸਤੇ ਜਿਹੜੀਆਂ ਸੀ ਉਹ ਗੋਲੀਆਂ ਚਲਾਉਣੀਆਂ ਪਈਆਂ, ਜਿਸ ਕਰਕੇ ਆਪਣੀ ਰੱਖਿਆ ਕਰਦਿਆਂ ਇਹਦੇ ਕੋਲੋਂ 2 ਵਿਅਕਤੀਆਂ ਦੀ ਮੌਤ ਹੋ ਗਈ ਜਿਹੜੇ ਇਹਦੇ ਉੱਪਰ ਹਮਲਾਵਰ ਹੋਏ ਸੀ। ਇਹ ਘਟਨਾ 5 ਸਤੰਬਰ 1914 ਦੀ ਹੈ। 15 ਸਤੰਬਰ 1914 ਨੂੰ ਮੁਕੱਦਮਾ ਜਿਹੜਾ ਸੀਗਾ ਉਹ ਚੱਲਣਾ ਸ਼ੁਰੂ ਹੋ ਗਿਆ। 2 ਅਕਤੂਬਰ 1914 ਨੂੰ ਗਵਾਹੀਆਂ ਦੀ ਸ਼ੁਰੂਆਤ ਹੋ ਗਈ ਤੇ 21 ਅਕਤੂਬਰ 1914 ਨੂੰ ਬੜੀ ਅਹਿਮ ਗਵਾਹੀ ਦੇਣ ਵਾਸਤੇ ਵਿਲੀਅਮ ਚਾਰਲਸ ਹੌਪਕਿੰਸਨ ਨੇ ਅਦਾਲਤ ਦੇ ਵਿੱਚ ਆਉਣਾ ਸੀ ਤੇ ਉਸੇ ਅਦਾਲਤ ਦੇ ਵਿੱਚ ਹੀ ਸਰਦਾਰ ਮੇਵਾ ਸਿੰਘ ਲੋਪੋਕੇ ਨੇ ਹੌਪਕਿੰਸਨ ਜਿਹੜਾ ਸੀ ਉਹਨੂੰ ਗੱਡੀ ਚੜਾ ਦਿੱਤਾ। ਬੇਸ਼ੱਕ ਉਹਦੇ ਇਵਜ਼ ਦੇ ਵਿੱਚ ਸਰਦਾਰ ਮੇਵਾ ਸਿੰਘ ਹੁਣਾਂ ਨੂੰ ਵੀ ਸ਼ਹੀਦ ਕੀਤਾ ਗਿਆ, ਸਜ਼ਾਏ ਮੌਤ ਮਿਲੀ, ਪਰ ਹੌਪਕਿੰਸਨ ਦੀ ਮੌਤ ਤੋਂ ਬਾਅਦ ਜਿਹੜਾ ਜੱਜ ਨੇ ਫੈਸਲਾ ਸੁਣਾਇਆ, ਉਸਨੇ ਇਹ ਫੈਸਲਾ ਸੁਣਾਇਆ ਕਿ ਜਿਹੜੀ ਧਿਰ ਸਜ਼ਾ ਕੱਟ ਰਹੀ ਹੈ, ਭਾਵ ਕਿ ਬੇਲਾ ਸਿੰਘ ਜਿਸ ਦੇ ਉੱਪਰ ਮੁਕੱਦਮਾ ਚੱਲ ਰਿਹਾ ਹੈ, ਉਹ ਸਰਕਾਰ ਦੀ ਹਮਾਇਤੀ ਧਿਰ ਹੈ ਤੇ ਜਿਹੜੀ ਧਿਰ ਉਸ ਦੇ ਖਿਲਾਫ ਹੈ ਉਹ ਅੰਦੋਲਨਕਾਰੀ ਹੈ। ਇਸ ਕਰਕੇ ਸਰਕਾਰ ਦੀ ਹਮਾਇਤੀ ਧਿਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਨੂੰ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਜਾਂਦਾ ਹੈ ਤੇ ਆਧਾਰ ਬਣਾਇਆ ਗਿਆ ਕਿ ਇਸ ਨੇ ਆਤਮ ਰੱਖਿਆ ਦੇ ਵਾਸਤੇ ਗੋਲੀ ਚਲਾਈ ਹੈ। ਸੋ ਬੇਲਾ ਸਿੰਘ ਜਿਹੜਾ ਸੀ ਉਹ ਕੁਝ ਸਮਾਂ ਉੱਥੇ ਰਿਹਾ। ਉੱਥੇ ਵੀ ਇਹਨੇ 1-2 ਸਿੱਖਾਂ ਦੇ ਉੱਪਰ ਹਮਲੇ ਵੀ ਕੀਤੇ। ਇੱਕ ਸਰਦਾਰ ਮਹਿਤਾਬ ਸਿੰਘ ਸੀ ਜਿਨ੍ਹਾਂ ਦੇ ਘਰ ਨੂੰ ਡਾਇਨਾਮਾਈਟ ਲਾ ਕੇ ਉਡਾਉਣ ਦੇ ਵਿੱਚ ਵੀ ਇਸ ਦਾ ਹੱਥ ਸੀ, ਉਹ ਵੀ ਸ਼ਹੀਦ ਹੋ ਗਏ। ਉੱਥੇ ਸਿੱਖਾਂ ਨੇ ਇਸ ਨੂੰ ਦੁਬਾਰਾ ਫਿਰ ਕਹਿ ਸਕਦੇ ਹੋ ਕਿ ਸੋਧਣ ਦੀ ਕੋਸ਼ਿਸ਼ ਵੀ ਕੀਤੀ, 1-2 ਹਮਲੇ ਕੀਤੇ ਪਰ ਉਹ ਨਾਕਾਮ ਰਹੇ ਤੇ ਕੁਝ ਸਮਾਂ ਬਾਅਦ ਇਹ ਹਿੰਦੁਸਤਾਨ ਆ ਗਿਆ। ਹੁਣ ਤੁਸੀਂ ਵੇਖੋ ਕਿ ਸਰਦਾਰ ਧੰਨਾ ਸਿੰਘ ਬੱਬਰ ਦੀ ਮੁਖਬਰੀ ਦੇ ਕਾਰਨ ਦੇ ਕਰਕੇ ਇਹਦੇ ਭਰਾ ਜਵਾਲਾ ਸਿੰਘ ਨੂੰ ਤਾਂ 2 ਮਰਬੇ ਜ਼ਮੀਨ ਮਿਲੀ ਹੋਈ ਸੀ, ਪਰ ਗੁਰਦੁਆਰੇ ਦੇ ਵਿੱਚ ਸਿੱਖਾਂ ਦਾ ਕਤਲ ਕਰਨ ਤੋਂ ਬਾਅਦ ਜਿਸ ਵੇਲੇ ਬੇਲਾ ਸਿੰਘ ਕੈਨੇਡਾ ਤੋਂ ਹਿੰਦੁਸਤਾਨ ਦੇ ਵਿੱਚ ਆਉਂਦਾ ਹੈ ਤੇ ਮਿੰਟ ਗੁਮਰੀ ਦੇ ਵਿੱਚ 6 ਮੁਰੱਬੇ 150 ਏਕੜ ਜ਼ਮੀਨ ਇਸ ਨੂੰ ਦਿੱਤੀ ਗਈ। ਅੰਗਰੇਜ਼ੀ ਸਰਕਾਰ ਦੇ ਵੱਲੋਂ ਇਸ ਨੂੰ ਅੰਗ ਰੱਖਿਅਕ ਦਿੱਤੇ ਗਏ ਤੇ ਬੜਾ ਪੈਸਾ ਦਿੱਤਾ ਗਿਆ, ਜਿਸ ਦੇ ਨਾਲ ਪਿੰਡ ਜਿਆਣ ਦੇ ਵਿੱਚ ਇਸਨੇ ਇੱਕ ਖੂਬਸੂਰਤ ਹਵੇਲੀ ਬਣਾਈ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਉਧਰੋਂ ਪੰਜਾਬ ਦੇ ਵਿੱਚ ਬੱਬਰ ਲਹਿਰ ਜਿਹੜੀ ਸੀ ਉਹ ਸ਼ੁਰੂ ਹੋ ਚੁੱਕੀ ਸੀ। ਹੁਣ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਬੱਬਰ ਸ਼ਹੀਦ ਵੀ ਹੋ ਚੁੱਕੇ ਸਨ, ਕੁਝ ਮੁਖਬਰੀਆਂ ਕਰਕੇ ਫੜਾਏ ਵੀ ਜਾ ਚੁੱਕੇ ਸਨ। ਤੇ ਉਸ ਸਮੇਂ 1933 ਦੇ ਵਿੱਚ, ਇਹ ਤਕਰੀਬਨ 20 ਜਾਂ 23 ਨਵੰਬਰ 1933 ਦੀ ਗੱਲ ਹੈ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਬੱਬਰ ਅਕਾਲੀ ਲਹਿਰ ਦੇ ਬੱਚੇ ਯੋਧਿਆਂ ਦੀ ਇੱਕ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਬਹੁਤ ਸਾਰੇ ਮੁਖਬਰ ਅਸੀਂ ਸੋਧ ਦਿੱਤੇ ਨੇ, ਪਰ ਇੱਕ ਮੁਖਬਰ ਅਜੇ ਬੜਾ ਅਹਿਮ ਜਿਉਂਦਾ ਹੈ, ਉਹ ਹੈ ਜਵਾਲਾ ਸਿੰਘ ਦਾ ਭਰਾ ਬੇਲਾ ਸਿੰਘ। ਇਸ ਨੂੰ ਸੋਧਣਾ ਇਸ ਕਰਕੇ ਜ਼ਰੂਰੀ ਹੈ ਕਿ ਇਹਨੇ ਕੈਨੇਡਾ ਦੇ ਗੁਰਦੁਆਰੇ ਦੇ ਵਿੱਚ ਫਾਇਰਿੰਗ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ 2 ਸਿੰਘ ਜਿਹੜੇ ਨੇ ਉਹ ਸ਼ਹੀਦ ਕੀਤੇ ਨੇ ਤੇ ਕਈਆਂ ਦੀਆਂ ਮੁਖਬਰੀਆਂ ਕੀਤੀਆਂ ਨੇ। ਸੋ ਇਸ ਨੂੰ ਕਹਿ ਸਕਦੇ ਹੋ ਕਿ ਸੋਧਣ ਦੇ ਵਾਸਤੇ ਬੱਬਰ ਅਕਾਲੀ ਲਹਿਰ ਦੇ ਵੱਲੋਂ 3 ਸਿੰਘਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਲਾਈ ਗਈ। ਉਹਨਾਂ ਦੇ ਵਿੱਚ ਸਰਦਾਰ ਹੀਰਾ ਸਿੰਘ ਸੂੰਢ, ਭਾਈ ਬਖਸ਼ੀਸ਼ ਸਿੰਘ ਤੇ ਸਰਦਾਰ ਇੰਦਰ ਸਿੰਘ। ਇੰਦਰ ਸਿੰਘ 2 ਨਾਮ ਆਉਂਦੇ ਨੇ ਵੈਸੇ ਇਸ ਲਿਸਟ ਦੇ ਵਿੱਚ ਕੁਝ ਕਿਤਾਬਾਂ ਦੇ ਵਿੱਚ, ਪਰ ਮੁਕੱਦਮੇ ਦੇ ਵਿੱਚ ਜਿਹੜੇ ਇਹ 3 ਨਾਮ ਸਾਨੂੰ ਸਾਹਮਣੇ ਆਉਂਦੇ ਨੇ ਜਦੋਂ ਇਹਦੇ ਕਤਲ ਦਾ ਮੁਕੱਦਮਾ ਚੱਲਦਾ ਹੈ। ਸੋ ਸਰਦਾਰ ਬਖਸ਼ੀਸ਼ ਸਿੰਘ ਚੱਬੇਵਾਲ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਸ ਨੇ ਇਸ ਦੀ ਮੁਖਬਰੀ ਕਰਨੀ ਹੈ, ਇਸ ਦਾ ਪਤਾ ਲੈਣਾ ਹੈ ਖੁਫੀਆ ਤੌਰ ਤੇ ਕਿ ਇਹ ਕੇਸ ਵੇਲੇ ਕਿੱਥੇ ਜਾਂਦਾ ਹੈ। ਇਹ ਤਕਰੀਬਨ 9 ਦਸੰਬਰ 1933 ਦੀ ਗੱਲ ਹੈ ਕਿ ਸਰਦਾਰ ਬਖਸ਼ੀਸ਼ ਸਿੰਘ ਨੂੰ ਪਤਾ ਲੱਗਾ ਕਿ ਇਹ ਆਪਣੇ ਪਿੰਡ ਜਿਆਣ ਤੋਂ ਹੁਸ਼ਿਆਰਪੁਰ ਅਦਾਲਤ ਦੇ ਵਿੱਚ ਕਿਸੇ ਗਵਾਹੀ ਦੇ ਵਾਸਤੇ ਗਿਆ ਹੈ। ਵਾਪਸ ਇਸਨੇ ਸ਼ਾਮ ਨੂੰ ਆਉਣਾ ਸੀ। ਸੋ ਸਰਦਾਰ ਹਰੀ ਸਿੰਘ ਸੂੰਢ
ਤੇ ਸਰਦਾਰ ਈਸ਼ਰ ਸਿੰਘ ਹੁਣੀ, ਸਰਦਾਰ ਬਖਸ਼ੀਸ਼ ਸਿੰਘ ਤੇ ਸਰਦਾਰ ਇੰਦਰ ਸਿੰਘ, ਇਹਨਾਂ ਨੇ ਇਸ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਸ਼ਰਾਬ ਦੇ ਨਾਲ ਰੱਜਿਆ ਹੋਇਆ ਇਹ ਰਾਤ ਨੂੰ ਟਾਂਗੇ ਦੇ ਉੱਪਰ ਚੜ੍ਹ ਕੇ ਆਪਣੇ ਪਿੰਡ ਦੇ ਬਾਹਰਵਾਰ ਅੱਡੇ ਦੇ ਉੱਪਰ ਉਤਰਿਆ। ਉੱਥੋਂ ਦੇ ਪ੍ਰਤੱਖਦਰਸ਼ੀ ਜਿਹੜੇ ਗਵਾਹ ਨੇ, ਜਿਨ੍ਹਾਂ ਦੇ ਉੱਪਰ ਕਿਤਾਬਾਂ ਦੇ ਵਿੱਚ ਕਹਿ ਸਕਦੇ ਹੋ ਕਿ ਜਿਨ੍ਹਾਂ ਦੀ ਸਰੋਤ ਜਿਹੜੇ ਸੀ ਮੰਨੇ ਜਾਂਦੇ ਨੇ, ਉਹਨਾਂ ਦੇ ਮੁਤਾਬਕ ਇਹ ਸ਼ਰਾਬ ਦੇ ਨਾਲ ਰੱਜਿਆ ਹੋਇਆ ਸੀ ਤੇ ਇਸ ਦੇ ਅੰਗ ਰੱਖਿਅਕਾਂ ਨੇ ਕਿਹਾ ਕਿ ਸਾਨੂੰ ਪਿੰਡ ਜਾਣਾ ਚਾਹੀਦਾ ਹੈ, ਪਰ ਇਸ ਨੇ ਉੱਥੇ ਅੱਡੇ ਉੱਪਰ ਬੈਠ ਕੇ ਫਿਰ ਸ਼ਰਾਬ ਪੀਣੀ ਸ਼ੁਰੂ ਕੀਤੀ। ਥੋੜੀ ਜਿਹੀ ਸ਼ਰਾਬ ਪੀਤੀ, ਫਿਰ ਉੱਠਿਆ ਤੇ ਉਹਨੇ ਚਿਰ ਨੂੰ ਇਹ ਜਿਹੜੇ ਬੱਬਰ ਅਕਾਲੀ ਸੂਰਮੇ ਸੀ ਉਹ ਸਾਹਮਣੇ ਆ ਗਏ। ਹਰੀ ਸਿੰਘ ਸੂੰਢ ਜਿਹੜਾ ਇਹ ਬੇਲਾ ਸਿੰਘ ਨੂੰ ਬਚਪਨ ਤੋਂ ਜਾਣਦਾ ਸੀ, ਸਭ ਤੋਂ ਪਹਿਲਾਂ ਆ ਕੇ ਉਸਨੇ ਇਸ ਨੂੰ ਹੱਥ ਮਿਲਾਇਆ। ਜਦੋਂ ਹੱਥ ਮਿਲਾ ਕੇ ਇਹ ਹੱਥ ਛਡਾਉਣ ਲੱਗਾ ਤੇ ਉਹਨੇ ਬੜੀ ਜ਼ੋਰ ਦੀ ਘੁੱਟ ਕੇ ਕਿਹਾ, ਕਹਿੰਦਾ ਬੇਲਾ ਸਿਆਂ, ਅੱਜ ਤਾਂ ਕੈਨੇਡਾ ਦੇ ਵਿੱਚ ਸ਼ਹੀਦ ਕੀਤੇ ਗਏ ਭਾਗ ਸਿੰਘ ਤੇ ਬਤਨ ਸਿੰਘ ਦਾ ਬਦਲਾ ਲੈਣਾ। ਇਸ ਨੇ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਅੰਗ ਰੱਖਿਅਕ ਤਾਂ ਪਹਿਲਾਂ ਹੀ ਪੱਤਰਾ ਵਾਚ ਗਏ, ਪਰ ਸਿੰਘਾਂ ਦੇ ਕੋਲ ਉਸ ਵੇਲੇ ਬੇਸ਼ੱਕ 3 ਰਿਵਾਲਵਰ ਤੇ 2 ਗਰਨੇਡ ਸੀ, ਪਰ ਇਹਨੂੰ ਗੋਲੀ ਨਹੀਂ ਮਾਰੀ। ਇਸ ਦਾ ਜਿਹੜਾ ਹੱਥ ਸੀ ਉਹ ਸਰਦਾਰ ਹੀਰਾ ਸਿੰਘ ਨੇ ਘੁੱਟ ਲਿਆ। ਇਸ ਨੂੰ ਪਿੱਛੋਂ ਆ ਕੇ ਸਰਦਾਰ ਬਖਸ਼ੀਸ਼ ਸਿੰਘ ਨੇ ਜੱਫਾ ਮਾਰ ਲਿਆ। ਕੁਝ ਦੇ ਮੁਤਾਬਕ ਸਰਦਾਰ ਈਸ਼ਰ ਸਿੰਘ ਹੁਣਾਂ ਨੇ ਜਾਂ ਇੰਦਰ ਸਿੰਘ ਨੇ, ਤੇ ਇੱਕ ਸਿੰਘ ਨੇ ਕਿਰਪਾਨ ਦਾ ਵਾਰ ਕਰਕੇ ਇਸ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਸਰਦਾਰ ਸੁੰਦਰ ਸਿੰਘ ਬੱਬਰ ਤਾਂ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਇਸ ਦੀ ਲਾਸ਼ ਦੇ ਇੰਨੇ ਟੁਕੜੇ ਕਰ ਦਿੱਤੇ ਕਿ ਸ਼ਨਾਖਤ ਵੀ ਨਾ ਹੋ ਸਕੀ। ਸੋ ਇਹ ਜਿਹੜਾ ਬੇਲਾ ਸਿੰਘ ਸੀ, ਜਿਸ ਨੇ ਕੈਨੇਡਾ ਦੇ ਵਿੱਚ ਗਦਰ ਲਹਿਰ ਦੇ ਸੂਰਮਿਆਂ ਦੇ ਨਾਲ ਗਦਾਰੀ ਕੀਤੀ ਸੀ, ਉਸ ਨੂੰ ਬੱਬਰ ਅਕਾਲੀ ਲਹਿਰ ਦੇ ਸੂਰਮਿਆਂ ਨੇ ਜਿਹੜਾ ਸੀ ਉਹ ਪਾਰ ਬੁਲਾ ਦਿੱਤਾ। 6 ਮਹੀਨੇ ਕੇਸ ਚੱਲਿਆ ਤੇ 6 ਮਹੀਨਿਆਂ ਤੋਂ ਬਾਅਦ ਨਾ ਕੋਈ ਇਹਨਾਂ ਬੱਬਰ ਅਕਾਲੀ ਸੂਰਮਿਆਂ ਦੇ ਖਿਲਾਫ ਕੋਈ ਗਵਾਹ ਸਾਹਮਣੇ ਆਇਆ, ਨਾ ਕਿਸੇ ਨੇ ਉਸ ਦੀ ਲਾਸ਼ ਦੀ ਮੌਕੇ ਦੇ ਉੱਪਰ ਸ਼ਨਾਖਤ ਕਰਨ ਦੀ ਜਾਂ ਉਹਨਾਂ ਬਿਆਨਾਂ ਦੀ ਪ੍ਰੋੜਤਾ ਕੀਤੀ। ਸਿੱਟੇ ਦੇ ਵਜੋਂ ਤਕਰੀਬਨ 6 ਮਹੀਨੇ ਕੇਸ ਚੱਲਣ ਤੋਂ ਬਾਅਦ ਇਹ ਤਿੰਨੇ ਜਿਹੜੇ ਯੋਧੇ ਸੀ, ਸਰਦਾਰ ਬਖਸ਼ੀਸ਼ ਸਿੰਘ, ਸਰਦਾਰ ਇੰਦਰ ਸਿੰਘ ਤੇ ਸਰਦਾਰ ਹੀਰਾ ਸਿੰਘ ਸੂੰਢ, ਇਹਨਾਂ ਨੂੰ ਇਸ ਮੁਕੱਦਮੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। ਸੋ ਇਹ ਇੱਕ ਬੜੀ ਅਹਿਮ ਕੜੀ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਭਗਤ ਸਿੰਘ ਜਿਹੜਾ ਮਾਫ ਕਰਨਾ, ਕਿਸ ਤਰ੍ਹਾਂ ਦੇ ਨਾਲ ਸਰਦਾਰ ਊਧਮ ਸਿੰਘ ਜਦੋਂ ਵਿਦੇਸ਼ 'ਚ ਜਾਂਦੇ ਨੇ ਤੇ ਉਹ ਉਸ ਵੇਲੇ ਧੰਨਾ ਸਿੰਘ ਬੱਬਰ ਜਿਹੜਾ ਹੈ ਉਹਦੇ ਕਤਲਾਂ ਨੂੰ ਸੋਧਣ ਦੀ ਜ਼ਿੰਮੇਵਾਰੀ ਦੇ ਕੇ ਜਾਂਦੇ ਨੇ ਕਿ ਜਿਨ੍ਹਾਂ ਨੇ ਧੰਨਾ ਸਿੰਘ ਬੱਬਰ ਦੀ ਮੁਖਬਰੀ ਕੀਤੀ ਹੈ ਉਹਦੇ ਕਾਤਲਾਂ ਨੂੰ ਸੋਧਾ ਲਾਉਣਾ। ਇਸੇ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਉਹ ਕਹਿ ਸਕਦੇ ਹੋ ਕਿ ਅਕਾਲੀ ਬੱਬਰ ਅਕਾਲੀ ਲਹਿਰ ਦੇ ਨਾਲ ਜੁੜੇ ਹੋਏ ਨੇ, ਤੇ ਬੱਬਰ ਅਕਾਲੀ ਲਹਿਰ ਦੇ ਵੱਲੋਂ ਜਿਹੜੀ ਗਦਰੀ ਲਹਿਰ ਦੇ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਗਈਆਂ, ਉਹਨਾਂ ਦੇ ਗਦਾਰਾਂ ਨੂੰ ਕਿਵੇਂ ਸੋਧਿਆ ਜਾਂਦਾ, ਇਹ ਆਪਸ ਦੇ ਵਿੱਚ ਇੱਕ ਬਹੁਤ ਅਹਿਮ ਲੜੀ ਹੈ। ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਇਹਦੇ ਉੱਪਰ ਹੋਰ ਥੋੜੀ ਜਾਣਕਾਰੀ ਸਾਂਝੀ ਕਰਨ ਦੀ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।